ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਉਮੀਦ ਦੀ ਹੈ, ਉਹ ਜ਼ਿੰਦਗੀ ਦੀ ਹੈ, ਜ਼ਿੰਦਗੀ 'ਚ ਅੱਗੇ ਵਧਣ ਦੀ ਹੈ ਔਰ ਮਿਹਨਤ ਦੀ ਹੈ ਔਰ ਮਿਹਨਤ ਨਾਲ ਆਪਣੇ ਰਾਹ ਬਣਾਉਣ ਦੀ ਹੈ। ਔਰ ਉਹਦੇ ਇਲਾਵਾ ਇਹ ਚਾਨਣ ਦੀ ਹੈ ਕਿ ਜਦੋਂ ਕੋਈ ਬੰਦਾ ਜਿਹੜਾ ਹੈ ਉਹ ਕੁਛ ਕਰਨ ਦੀ ਠਾਣ ਲੈਂਦਾ ਹੈ ਤੇ ਕੋਈ ਸ਼ੈ ਨੂੰ ਡੱਕ ਨਹੀਂ ਸਕਦੀ। ਜਿਵੇਂ ਬਾਬੇ ਨਜ਼ਮੀ ਆਖਿਆ ਬਈ ਹਾਰ ਕਦੀ ਨਹੀਂ ਪੈਂਦੇ ਵੇਖੇ ਹਾਰੇ ਨੂੰ, ਹਾਰ ਕਦੀ ਨਹੀਂ ਪੈਂਦੇ ਵੇਖੇ ਹਾਰੇ ਨੂੰ, ਤੇ ਚੰਨ ਕਦੀ ਨਹੀਂ ਲਿਖਿਆ ਲੋਕਾਂ ਤਾਰੇ ਨੂੰ। ਇਸੇ ਲਈ ਤੇ ਸ਼ਹਿਰ 'ਚ ਮੇਰਾ ਚਰਚਾ ਹੈ, ਹੱਥ ਹਮੇਸ਼ਾ ਪੌਣਾ ਪੱਥਰ ਭਾਰੇ ਨੂੰ। ਸੋ ਸਾਡੇ ਨਾਲ ਅੱਜ ਇੱਕ ਦੋਸਤ ਜਿਹੜੇ ਸਾਡੇ ਪਾਕਿਸਤਾਨੀ ਦੋਸਤ ਨੇ, ਪਰ ਉਹ ਇੱਕ ਪ੍ਰਦੇਸ਼ 'ਚ ਜਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਔਰ ਅੱਜ ਇੱਕ ਕਾਮਯਾਬ ਉੱਥੇ ਬਿਜ਼ਨਸਮੈਨ ਨੇ। ਅਸੀਂ ਉਹਨਾਂ ਨੂੰ ਇੱਥੇ ਸੱਦਿਆ ਕਿ ਉਹ ਸਾਡੇ ਨਾਲ ਆ ਕੇ ਗੱਲਬਾਤ ਕਰਨ। ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਔਰ ਅਸੀਂ ਉਹਨਾਂ ਨਾਲ ਇਹ ਗੱਲ ਕਰਾਂਗੇ ਕਿ ਅਗਰ ਸਾਡੇ ਵਰਗਾ ਕੋਈ ਜਿਹੜਾ ਹੈ ਜਾਂ ਸਾਡੀ ਜਿਹੜੀ ਆਉਣ ਵਾਲੀ ਨਸਲ ਹੈ ਉਹਦੇ 'ਚੋਂ ਅਗਰ ਕੋਈ ਜਾ ਕੇ ਤੇ ਪ੍ਰਦੇਸ਼ 'ਚ ਔਰ ਖ਼ਾਸ ਤੌਰ 'ਤੇ ਉਸ ਮੁਲਕ 'ਚ ਜਿੱਥੇ ਉਹ ਰਹਿੰਦੇ ਨੇ ਉੱਥੇ ਜਾ ਕੇ ਅਗਰ ਕੋਈ ਕੰਮ ਕਰਨਾ ਚਾਹੇ ਤਾਂ ਉੱਥੋਂ ਦੀਆਂ ਆਸਾਨੀਆਂ ਕੀ ਨੇ, ਉੱਥੋਂ ਦੀਆਂ ਮੁਸ਼ਕਲਾਂ ਕੀ ਨੇ ਔਰ ਉੱਥੇ ਰਹਿਣ ਦਾ ਤਰੀਕਾਕਾਰ ਕੀ ਹੈ, ਤਮੀਜ਼ ਕੀ ਹੈ, ਜ਼ੁਬਾਨ ਕੀ ਹੈ, ਕਿਹੜੇ ਲਵਾਜ਼ਮਾਤ ਨੇ ਜਿਹੜੇ ਉੱਥੇ ਪੂਰੇ ਕਰਨੇ ਪੈਣਗੇ। ਤੇ ਆਓ ਅਸੀਂ ਗੱਲ ਕਰਨੇ ਆ ਇਜਾਜ਼ ਹਸਨ ਮੱਟੂ ਸਾਹਿਬ ਨਾਲ ਕਿ ਉਹ ਸਾਨੂੰ ਕਿਸ ਤਰ੍ਹਾਂ ਆਪਣੀ ਜਿਹੜੇ ਉੱਥੇ ਉਹਨਾਂ ਦੇ ਦਿਨ ਰਾਤ ਲੰਘਦੇ ਪਏ ਨੇ ਉਹ ਕਿੰਜ ਗੁਜ਼ਾਰਦੇ ਨੇ। ਇਜਾਜ਼ ਸਾਹਿਬ, ਅੱਜ ਦੀ ਗੱਲ 'ਚ ਤੁਹਾਨੂੰ ਜੀ ਆਇਆਂ ਨੂੰ ਔਰ ਤੁਸੀਂ ਐਡਾ ਲੰਬਾ ਸਫ਼ਰ ਕਰਕੇ ਮਾਲਟਾ ਦਾ ਤੋਂ ਪਾਕਿਸਤਾਨ ਤੱਕ ਦਾ ਅੱਜ ਤਸ਼ਰੀਫ ਲਿਆਏ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਇਜਾਜ਼ ਸਾਹਿਬ, ਆਪਣੀ ਜਿਹੜੀ ਤੁਹਾਡੀ ਮੁੱਢਲੀ ਜ਼ਿੰਦਗੀ ਹੈ, ਜਿਹੜੀ ਮੁੱਢਲੀ ਹਯਾਤੀ ਹੈ ਜਿੱਥੋਂ ਸ਼ੁਰੂ ਕੀਤੀ ਹੈ, ਜ਼ਰਾ ਉਹਦੇ ਬਾਰੇ ਸਾਰੇ ਜੀਆਂ ਨੂੰ ਜ਼ਰਾ ਦੱਸੋ। ਪਹਿਲੇ ਤੇ ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ ਔਰ ਪੂਰੀ ਨੈਸ਼ਨਲ ਟੀਵੀ ਟੀਮ ਦਾ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਔਰ ਜਿਸ ਤਰ੍ਹਾਂ ਤੁਸੀਂ ਇਹ ਆਖਿਆ, ਮੇਰਾ ਤਾਲੁਕ ਲਾਹੌਰ ਦੇ ਨਾਲ ਹੈ। ਮੈਂ ਲਾਹੌਰ ਤੋਂ ਹੀ ਬਾਈ ਬਰਥ ਇੱਥੋਂ, ਮੇਰੇ ਵਾਲਦੈਨ ਵੀ ਇੱਥੇ ਹੁੰਦੇ ਸਨ, ਫਿਰ ਸਾਡੀ ਗਰੋਥ ਵੀ ਇੱਥੇ ਹੋਈ ਐਜੂਕੇਸ਼ਨ ਵਗੈਰਾ ਕਰਨ ਦੇ ਨਾਲ। ਬਾਕੀ ਸਾਡੀ ਰੈਸਟੋਰੈਂਟ ਫੀਲਡ ਸੀ ਕਾਰੋਬਾਰੀ ਲਿਹਾਜ਼ ਦੇ ਨਾਲ, ਅਤੇ ਉਹਦੇ ਨਾਲ ਫਿਰ ਮੈਨੂੰ ਮੁਖਤਲਿਫ ਜਗ੍ਹਾ 'ਤੇ ਸਿੱਖਣ ਦਾ ਮੌਕਾ ਮਿਲਿਆ ਔਰ ਮੈਂ ਇਵੈਂਟਸ ਔਰਗੇਨਾਈਜ਼ਰ ਤੌਰ 'ਤੇ ਵੀ ਥੋੜ੍ਹੀ ਖਿਦਮਾਤ ਜਿਹੜੀਆਂ ਨੇ ਉਹ ਇੱਥੇ ਕੀਤੀਆਂ। ਔਰ ਉਹਦੇ ਬਾਅਦ ਜਿਹੜਾ ਹੈਗਾ ਦੁਬਈ ਦਾ ਮੌਕਾ ਮਿਲਿਆ, ਦੁਬਈ ਦੇ ਵਿੱਚ ਜਾ ਕੇ ਤੇ ਕੁਝ ਅਰਸਾ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮਾਲਟਾ ਦਾ ਖੁਦਾ ਨੇ ਮੌਕਾ ਦਿੱਤਾ ਅਤੇ ਮਾਲਟਾ ਦੇ ਵਿੱਚ ਜਾ ਕੇ ਤੇ ਤਕਰੀਬਨ 10 ਸਾਲ ਹੋ ਗਏ ਨੇ ਉੱਥੇ ਖਿਦਮਤ ਕਰ ਰਹੇ ਹਾਂ, ਕੰਮ ਕਰ ਰਹੇ ਹੈਗੇ ਹਾਂ, ਮਜ਼ਦੂਰੀ ਕਰ ਰਹੇ ਹੈਗੇ ਹਾਂ। ਅੱਛਾ, ਮਾਲਟਾ ਜਾਣ ਤੋਂ ਪਹਿਲਾਂ ਤੁਸੀਂ ਦੱਸਿਆ ਜਿਸ ਤਰ੍ਹਾਂ ਕਿ ਤੁਸੀਂ ਰੈਸਟੋਰੈਂਟ ਦੀ ਫੀਲਡ ਦੇ ਵਿੱਚ ਸੋ, ਤੁਸੀਂ ਇਵੈਂਟ ਆਰਗੇਨਾਈਜ਼ਰ ਸੋ, ਤੁਹਾਡੇ ਜਿਹੜੀ ਇੱਥੇ ਮਤਲਬ ਜਿਹੜੇ ਤੁਹਾਡੇ ਮਾਮਲਾਤ ਔਰ ਹਾਲਾਤ ਸਨ, ਕਿਆ ਉਹ ਜ਼ਿਆਦਾ ਖ਼ਰਾਬ ਸਨ ਕਿ ਤੁਸੀਂ ਸੋਚਿਆ ਕਿ ਬਾਹਰ ਜਾਓ, ਜਾਂ ਤੁਹਾਨੂੰ ਵੈਸੇ ਹੀ ਕਿਸੇ ਸ਼ੌਕ ਦੇ ਤਹਿਤ ਗਏ, ਜਾਂ ਕਿਸ ਤਰ੍ਹਾਂ ਹਾਦਸਾਤੀ ਤੌਰ 'ਤੇ ਟੁੱਟ ਗਏ, ਕੀ ਹੋਇਆ? ਅੱਛਾ, ਇਹਦੇ ਵਿੱਚ ਇੱਕ ਮੈਂ ਐਡ ਕਰਾਂਗਾ, ਇੱਕ ਚੀਜ਼ ਮੈਂ ਭੁੱਲ ਗਿਆ ਕਿ ਰੈਸਟੋਰੈਂਟ ਦੇ ਔਰ ਇਵੈਂਟ ਦੇ ਦੌਰਾਨ ਦੇ ਵਿੱਚ ਮੈਨੂੰ ਮੌਕਾ ਮਿਲਿਆ ਐਡਵਰਟਾਈਜ਼ਿੰਗ ਕੰਪਨੀ ਦੇ ਵਿੱਚ। ਉਹ ਟ੍ਰੇਡ ਵਿਜ਼ਨ ਦੇ ਨਾਂ 'ਤੇ ਸੀ ਮੇਰਾ। ਐਕਚੁਅਲੀ ਉਹ ਪੋਰਸ਼ਨ ਜਿਹੜਾ ਸੀ ਟ੍ਰੇਡ ਵਿਜ਼ਨ ਦੇ ਵਿੱਚ, ਉੱਥੇ ਮੈਂ 12 ਸਾਲ ਕੰਮ ਕੀਤਾ ਔਰ ਉਹ ਮੇਰਾ ਇੰਸਟੀਟਿਊਟ, ਮੇਰੇ ਉਹ ਮੈਂ ਉਹਨਾਂ ਨੂੰ ਆਪਣਾ ਉਸਤਾਦ ਵੀ ਸਮਝਦਾ। ਉਹਨਾਂ ਨੇ ਜਨਾਬ ਅਤੀਕ ਅਹਿਮਦ ਸਾਹਿਬ ਉਸ ਕੰਪਨੀ ਦੇ CEO ਸਨ ਔਰ ਉਹਨਾਂ ਨੇ ਮੈਨੂੰ ਜਿਹੜੀ ਟ੍ਰੇਨਿੰਗ ਕਰਵਾਈ ਉਸ ਐਡਵਰਟਾਈਜ਼ਿੰਗ ਟਾਈਮ ਦੇ ਵਿੱਚ 12 ਸਾਲ ਦੇ ਵਿੱਚ, ਮੈਂ ਸਮਝ ਲਓ ਕਿ ਮੈਂ ਆਪਣੇ ਆਪ ਨੂੰ ਇੱਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਕੇ ਬਾਹਰ ਨਿਕਲਿਆ। ਜ਼ਬਰਦਸਤ। ਉਸ 12 ਸਾਲ ਦੇ ਦੌਰਾਨੀਏ ਦੇ ਜਿਹੜਾ ਐਡਵਰਟਾਈਜ਼ਿੰਗ ਦੇ ਵਿੱਚ ਮੈਂ ਸਿੱਖਿਆ, ਮੈਂ ਗੌਰਮੈਂਟ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਨੇ ਮੈਨੂੰ ਬਹੁਤ ਪੋਲਿਸ਼ ਕੀਤਾ। ਔਰ ਅੱਜ ਮੈਂ ਅਗਰ ਮਾਲਟਾ ਦੇ ਵਿੱਚ ਸਰਵਾਈਵ ਕਰ ਰਿਹਾ ਹਾਂ ਅਤੇ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਮੈਂ ਸਮਝਦਾ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਹੈ। ਮੈਂ ਅੱਜ ਵੀ ਉਹਨਾਂ ਦੇ ਵਾਸਤੇ ਦੁਆ ਗੋ ਹਾਂ, ਉਹਨਾਂ ਵਾਸਤੇ, ਉਹਨਾਂ ਦੀ ਫੈਮਿਲੀ ਵਾਸਤੇ। ਉਹਨਾਂ ਨੇ ਬੜਾ ਸ਼ਫਕਤ ਦਾ ਔਰ ਬਹੁਤ ਪੋਜ਼ੀਟਿਵ ਰੋਲ ਮੇਰੇ ਜ਼ਿੰਦਗੀ ਦੇ ਵਿੱਚ ਰੱਖਿਆ। ਅੱਛਾ, ਤੁਸੀਂ ਜਦੋਂ ਦੁਬਈ ਗਏ ਹੋ, ਦੁਬਈ ਤੋਂ ਮਾਲਟਾ ਗਏ ਜਾਂ ਦੁਬਾਰਾ ਵਾਪਸ ਆ ਕੇ ਫਿਰ ਤੁਸੀਂ ਪਾਕਿਸਤਾਨ ਤੋਂ ਮਾਲਟਾ ਗਏ? ਨਹੀਂ, ਮੈਂ ਚੂੰਕਿ ਉਸ ਵਕਤ ਦੁਬਈ ਦੇ ਵਿੱਚ ਹੀ ਕੰਮ ਕਰ ਰਿਹਾ ਸਾਂ ਔਰ ਉੱਥੋਂ ਦੁਬਈ ਤੋਂ ਹੀ ਮੈਂ ਸਿੱਧਾ ਮਾਲਟਾ ਗਿਆ ਸਾਂ। ਅੱਛਾ, ਮਾਲਟਾ ਜਾ ਕੇ ਤੁਸੀਂ ਸਭ ਤੋਂ ਪਹਿਲਾਂ
ਉੱਥੇ ਕੀ ਕੰਮ ਕੀਤਾ ਸੀ, ਕਿਸ ਤਰ੍ਹਾਂ ਦੀ ਮਤਲਬ ਸ਼ਬਰੋਜ਼ ਨੇ? ਜਾਂਦਿਆਂ ਦੁਬਈ ਤੋਂ ਜਦੋਂ ਮੈਂ ਮਾਲਟਾ ਗਿਆ, ਔਰ ਚੂੰਕਿ ਮੈਂ ਇੱਕ ਵਿਜ਼ਿਟ ਤੇ ਗਿਆ ਸਾਂ, ਠੀਕ ਹੈ, ਦੋ ਕੈਟੇਗਰੀਆਂ ਨੇ, ਜਾਂ ਤੇ ਤੁਸੀਂ ਵਿਜ਼ਿਟ ਵੀਜ਼ੇ ਜਾਂਦੇ ਹੋ, ਸੈਰੋ ਤਫਰੀ ਵਾਸਤੇ ਜਾਂਦੇ ਹੋ, ਜਾਂ ਤੁਸੀਂ ਵਰਕ ਪਰਮਿਟ ਦੀ ਕੈਟੇਗਰੀ 'ਚ ਜਾਂਦੇ ਹੋ। ਜੇ ਤੁਸੀਂ ਵਰਕ ਪਰਮਿਟ ਦੀ ਕੈਟੇਗਰੀ 'ਚ ਜਾਂਦੇ ਹੋ ਤੇ ਤੁਸੀਂ ਉੱਥੇ 1 ਮਹੀਨੇ ਬਾਅਦ ਵਰਕ ਜਿਹੜਾ ਹੈਗਾ ਉਹਦੇ ਤੇ ਤੁਸੀਂ ਕੰਮ ਕਰਨਾ ਸਟਾਰਟ ਕਰ ਦਿੰਦੇ ਹੋ। ਉਹ ਇੱਕ ਉਹਨਾਂ ਦਾ ਫਾਰਮੈਟ ਹੈ ਮਾਲਟਾ ਗਵਰਨਮੈਂਟ ਦਾ, ਉਹਦੇ ਮੁਤਾਬਿਕ ਤੁਸੀਂ ਚੱਲਦੇ ਹੋ, ਔਰ 1 ਮਹੀਨੇ ਦੇ ਬਾਅਦ ਤੁਹਾਡੇ ਉਹ ਸਾਰੇ ਪ੍ਰੋਸੈਸ ਕੰਪਲੀਟ ਹੁੰਦੇ ਨੇ, ਫਿਰ ਤੁਸੀਂ ਡਿਊਟੀ ਜੁਆਇਨ ਕਰ ਲੈਂਦੇ ਹੋ। ਮੈਂ ਚੂੰਕਿ ਵਿਜ਼ਿਟ ਤੇ ਗਿਆ ਸਾਂ, ਇਸ ਲਈ ਮੇਰਾ ਜਿਹੜਾ ਹੈਗਾ ਸੀ ਉਹ ਸਫ਼ਰ ਥੋੜ੍ਹਾ ਦੂਸਰਾ ਟਰੈਕ ਸੀ, ਔਰ ਸ਼ੁਰੂ ਤੋਂ ਮੈਨੂੰ ਜਿਹੜਾ ਹੈਗਾ ਕੁਝ ਕੋਰਸ ਉੱਥੇ ਕਰਨੇ ਪਏ, ਕੁਝ ਸਟੱਡੀਜ਼ ਕਰਨੀਆਂ ਪਈਆਂ, ਔਰ ਉਸ ਦੌਰਾਨ ਦੇ ਵਿੱਚ ਤੁਸੀਂ ਜਦੋਂ ਸਟੱਡੀ ਕਰਦੇ ਹੋ ਤੇ ਮਾਲਟੀਜ਼ ਗਵਰਨਮੈਂਟ ਜਿਹੜਾ ਹੈਗਾ ਉਹ ਤੁਹਾਨੂੰ ਅਲਾਉ ਕਰਦੇ ਨੇ, ਈਵਨ ਸਾਰੀ ਯੂਰਪ ਦੇ ਵਿੱਚ ਫੈਸਿਲਿਟੀਜ਼ ਅਵੇਲੇਬਲ ਨੇ ਕਿ ਤੁਸੀਂ ਪਾਰਟ ਟਾਈਮ ਜੌਬ ਕਰ ਸਕਦੇ ਹੋ। ਸੋ ਮੈਂ ਉੱਥੇ ਫਿਰ ਪਾਰਟ ਟਾਈਮ ਜਿਹੜੇ ਨੇ ਰੈਸਟੋਰੈਂਟਸ ਵਗੈਰਾ ਜਿਹੜੇ ਨੇ ਉਹਨਾਂ ਦੇ ਵਿੱਚ ਕੰਮ ਕੀਤਾ, ਕਿਉਂਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਤੁਹਾਡੇ ਨਾਲ ਹੁੰਦਾ ਉਹ ਮੈਟਰ ਕਰਦਾ ਹੈ। ਲੇਕਿਨ ਉੱਥੋਂ ਦਾ ਕਲਚਰ, ਉੱਥੋਂ ਦੇ ਜਿਹੜੇ ਸੁਸਾਇਟੀਜ਼ ਨੇ, ਉੱਥੋਂ ਦੇ ਜਿਹੜੇ ਰੂਲਸ ਨੇ, ਰੈਗੂਲੇਸ਼ਨਸ ਨੇ, ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਹੈਗਾ ਨਾ ਇੱਕ ਟ੍ਰੇਨਿੰਗਸ ਲੈ ਕੇ ਤੇ ਫਿਰ ਤੁਸੀਂ ਆਪਣਾ ਸਰਵਿਸ ਕਰ ਸਕਦੇ ਹੋ। ਅੱਜ ਕੱਲ ਉੱਥੇ ਕੀ ਕਰਦੇ ਪਏ ਹੋ? ਔਰ ਮੈਂ ਸੁਣਿਆ ਵੀ ਤੁਹਾਡਾ ਉੱਥੇ ਕਾਰੋਬਾਰ ਬਹੁਤ ਅੱਛਾ ਹੈ, ਜਰਾ ਆਪਣੇ ਉਸ ਕਾਰੋਬਾਰ ਦੀ ਸ਼ੁਰੂਆਤ ਦੇ ਬਾਰੇ, ਉਹਦੇ ਵਿੱਚ ਜਿਹੜੀ ਤੁਸੀਂ ਮਿਹਨਤ ਕੀਤੀ ਉਹਦੇ ਬਾਰੇ, ਔਰ ਉਹਦੀ ਕਾਮਯਾਬੀ ਦਾ ਜਿਹੜਾ ਤਰੀਕਾ ਹੈ ਯੂਰਪ 'ਚ ਰਹਿ ਕੇ, ਉਹਦੇ ਬਾਰੇ ਜ਼ਰਾ ਦੱਸਿਆ ਜੀ। ਖੁਦਾਵੰਦ ਦਾ ਸ਼ੁਕਰ ਹੈ ਜੀ ਕਿ ਜਿਹਨੇ ਸਾਨੂੰ ਹਮੇਸ਼ਾ ਸੰਭਾਲਿਆ ਹੈ ਔਰ ਹਮੇਸ਼ਾ ਸਾਡੀ ਰਾਹਾਂ ਹਮਵਾਰ ਕੀਤੀਆਂ ਨੇ। ਮੇਰੀ ਬਿਗਨਿੰਗ ਜਿਹੜੀ ਸੀ ਉਹ ਸੀ ਇੱਕ ਛੋਟੇ ਜਿਹੇ ਸੈਟਅਪ ਦੇ ਨਾਲ, ਔਰ ਉਹਦੇ ਨਾਲ ਚੂੰਕਿ ਮੈਂ ਸਟੱਡੀ ਕਰ ਰਿਹਾ ਸਾਂ ਔਰ ਨਾਲ ਨਾਲ ਅੱਗੇ ਕਰ ਰਿਹਾ ਸਾਂ, ਈਵਨ ਦੋ ਕਿ ਮੇਰਾ ਮੈਡੀਕਲ ਦੇ ਨਾਲ ਕੋਈ ਤਾਲੁਕ ਨਹੀਂ ਹੈ, ਲੇਕਿਨ ਮੇਰਾ ਚੂੰਕਿ ਫੀਲਡ ਹੀ ਹੋਰ ਸੀ ਐਡਵਰਟਾਈਜ਼ਿੰਗ ਦੀ ਅਤੇ ਰੈਸਟੋਰੈਂਟ ਲਾਈਨ ਦੀ। ਉੱਥੇ ਜਾ ਕੇ ਮੈਨੂੰ ਫੌਰਨ ਜਿਹੜਾ ਹੈਗਾ ਸੀ, ਮੇਰੇ ਕੰਟੈਕਟਸ ਨਹੀਂ ਸਨ, ਮੈਨੂੰ ਲੋਕਾਂ ਦਾ ਨਹੀਂ ਸੀ ਪਤਾ ਹੈਗਾ ਕਿੱਥੇ ਕਿੱਥੇ ਕੌਣ ਕੰਮ ਕਰ ਰਹੇ ਨੇ, ਲਿਹਾਜ਼ਾ ਮੈਨੂੰ ਉੱਥੇ ਅਸਿਸਟੈਂਟ ਨਰਸ ਦੇ ਤੌਰ ਤੇ ਇੱਕ ਜਿਹੜੇ ਨਾ ਉਹਨੂੰ ਕੈਰੀਅਰ ਕਹਿੰਦੇ ਨੇ, ਕੈਰੀਅਰ ਦੀ ਜੌਬ ਹੁੰਦੀ ਹੈ, ਉਹਦੀ ਸਟੱਡੀ ਮੈਂ ਕੀਤੀ, ਔਰ ਫਿਰ ਮੈਂ ਕੈਰੀਅਰ ਜੌਬ ਜਿਹੜੀ ਹੈਗੀ ਹੈ ਬਾਈ ਪ੍ਰੋਫੈਸ਼ਨਲ ਮੈਂ ਬਕਾਇਦਾ ਉਹ ਰੈਗੂਲਰ ਸਟਾਰਟ ਕੀਤੀ, ਜਿੱਥੇ ਮਦਰ ਡੇ ਇੱਕ ਹਸਪੀਟਲ ਹੈ, ਉਹ ਐਕਿਊਟ ਹਸਪੀਟਲ ਹੈ ਮਾਲਟਾ ਦਾ, ਸਭ ਤੋਂ ਵੱਡਾ ਹਸਪੀਟਲ ਜਿਹਨੂੰ ਕਹਿੰਦੇ ਆ, ਉੱਥੇ ਮੈਂ ਐਜ਼ ਅ ਕੈਰੀਅਰ 7 ਸਾਲ ਜਿਹੜਾ ਹੈਗਾ ਮੈਂ ਖਿਦਮਤ ਕੀਤੀ ਹੈ ਐਜ਼ ਅ ਕੈਰੀਅਰ। ਔਰ ਉਹਦੇ ਬਾਅਦ ਜਿਹੜਾ ਹੈਗਾ ਫਿਰ ਮੈਨੂੰ ਖੁਦਾ ਨੇ ਹੋਰ ਆਪਣੀਆਂ ਬਰਕਤਾਂ ਦੇ ਵਿੱਚ ਨਵਾਜ਼ਿਆ, ਅਤੇ ਫਿਰ ਮੈਂ ਆਪਣਾ ਜਿਹੜਾ ਹੈਗਾ ਸਟੇਬਲ ਕੀਤਾ ਟਰਾਂਸਪੋਰਟ ਬਿਜ਼ਨਸ ਨੂੰ, ਔਰ ਮੈਂ ਉੱਥੇ ਮੇਰੇ ਟੈਕਸੀ ਨੇ ਜਿਹੜੀਆਂ ਕਿ ਟਰਾਂਸਪੋਰਟ ਨੂੰ ਡੀਲ ਕਰ ਰਹੀਆਂ ਨੇ, ਠੀਕ ਹੈ, ਔਰ ਇਸ ਵਕਤ ਸ਼ੁਕਰ ਹੈ ਖੁਦਾ ਦਾ ਸਰਵਾਈਵ ਕਰ ਰਹੇ ਹਾਂ, ਫਾਈਟ ਕਰ ਰਹੇ ਹੈਗੇ ਹਾਂ, ਔਰ ਉੱਥੇ ਜਿਹੜਾ ਹੈਗਾ ਲੋਕਾਂ ਦੀ ਖਿਦਮਤ ਵੀ ਕਰ ਰਹੇ ਹੈਗੇ ਹਾਂ, ਜਿਹਦੇ ਵਿੱਚ ਕੁਝ ਚੈਰਿਟੀਜ਼ ਵੀ ਨੇ, ਕੁਝ ਵੈਸੇ ਵੀ ਸੋਸ਼ਲ ਐਕਟਿਵ ਪ੍ਰੋਗਰਾਮਸ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਹੈਲਪ ਕਰਦੇ ਹਾਂ, ਕੰਟਰੀਬਿਊਸ਼ਨ ਕਰਦੇ ਹਾਂ। ਬੜਾ ਸੁਣ ਕੇ ਖੁਸ਼ੀ ਹੋਈ। ਅੱਛਾ, ਇਹ ਮੈਨੂੰ ਕਿਸੇ ਨੇ ਦੱਸਿਆ, ਪਤਾ ਨਹੀਂ ਇਹ ਗੱਲ ਸੱਚ ਹੈ ਕਿ ਨਹੀਂ ਸੱਚ ਹੈ, ਕਿ ਤੁਹਾਡਾ ਉੱਥੇ ਬੜਾ ਲਾਟਰੀ ਲੱਗ ਗਈ। ਸੁਣਿਆ ਤੁਸੀਂ ਵਿਆਹ ਵੀ ਉੱਥੇ ਕੀਤਾ, ਤੇ ਮਤਲਬ ਬੜਾ ਅੱਛੀ ਸੀ ਭਰਜਾਈ ਸਾਡੀ, ਮਤਲਬ ਲਾਟਰੀ ਤੇ ਮੇਰੀ ਬਿਲਕੁਲ ਮੇਰੀ ਲਾਟਰੀ ਨਿਕਲੀ ਹੈ ਔਰ ਲੱਗੀ ਹੈ, ਲੇਕਿਨ ਇਹ ਹੈ ਕਿ ਮੈਂ ਉੱਥੇ ਮਾਲਟੀਜ਼ ਦੇ ਨਾਲ ਵਿਆਹ ਨਹੀਂ ਕੀਤਾ। ਹਾਂ ਅੱਛਾ, ਤੁਸੀਂ ਮੇਮ ਹੀ ਸਮਝਦੇ ਰਹੇ ਆ। ਹਾਂ, ਉਹ ਮੈਂ ਮੇਰੀ ਪਾਕਿਸਤਾਨੀ ਮੇਮ ਹੈ, ਔਰ ਖੁਦਾ ਦਾ ਸ਼ੁਕਰ ਹੈ ਕਿ ਅਸੀਂ ਬੜੇ ਕੰਫਰਟ ਹੈਗੇ ਹਾਂ, ਔਰ ਖੁਦਾ ਦਾ ਸ਼ੁਕਰ ਹੈ, ਉਹਦਾ ਫਜ਼ਲ ਹੈ ਕਿ ਉਹਦੀਆਂ ਬਲੈਸਿੰਗਸ ਦੇ ਨਾਲ ਅਸੀਂ ਆਪਣਾ ਜਿਹੜਾ ਹੈਗਾ ਵਕਤ ਗੁਜ਼ਾਰ ਰਹੇ ਹਾਂ। ਕਿੰਨੇ ਬੱਚੇ ਨੇ ਤੁਹਾਡੇ ਉੱਥੇ? 3 ਬੱਚੇ ਮੇਰੇ ਉੱਥੇ ਨੇ, ਔਰ 2 ਮੇਰੇ ਇੱਥੇ ਪਾਕਿਸਤਾਨ 'ਚ ਨੇ, ਉਹ ਵੀ ਬਫਜ਼ਲ ਖੁਦਾ ਨੂੰ ਮੌਕਾ ਦੇਗਾ, ਉਹ ਵੀ ਇਸ ਵਕਤ ਸਕੂਲ ਗੋਇੰਗ ਨੇ, ਅੱਛਾ, ਉਹ ਵੀ ਜਾਣਗੇ। ਤੇ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਕਦੀ ਉੱਥੇ ਕੋਈ ਮੁਸ਼ਕਿਲ ਹੋਈ ਹੋਵੇ, ਮਤਲਬ ਕਲਚਰ ਦੇ ਹਵਾਲੇ ਨਾਲ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮਤਲਬ ਫੋਰਨਰ ਹੋਣ ਦੇ ਹਵਾਲੇ ਨਾਲ, ਜਾਂ ਇਸ ਤਰ੍ਹਾਂ ਦੇ ਕੋਈ ਮਸਾਇਲ ਜਿਹੜੇ ਨੇ? ਜੇ ਤੇ ਬੱਚੇ ਉੱਥੇ ਪੈਦਾ ਹੁੰਦੇ ਨੇ ਤੇ ਫਿਰ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਹੁੰਦੀ, ਲੇਕਿਨ ਅਗਰ ਉਹ ਬੱਚੇ ਜਿਹੜੇ ਹੈਗੇ ਨੇ ਭਾਵੇਂ ਉਹ ਛੋਟੀ ਏਜ ਦੇ ਨੇ ਜਾਂ ਵੱਡੀ ਏਜ ਦੇ ਨੇ, ਔਰ ਉਹ ਅਬਰੋਡ ਤੋਂ ਜਾਂਦੇ ਨੇ ਕਿਸੇ ਵੀ ਕੰਟਰੀ ਦੇ ਵਿੱਚ, ਖਾਸ ਤੌਰ 'ਤੇ ਯੂਰਪ ਦੇ ਵਿੱਚ,
ਉਹਨਾਂ ਨੂੰ ਬਿਗਨਿੰਗ 'ਚ ਜ਼ਰੂਰ ਮੁਸ਼ਕਲਾਤ ਹੁੰਦੀਆਂ ਨੇ ਉਹਨਾਂ ਨੂੰ, ਕਿਉਂਕਿ ਉਹ ਚੂੰਕਿ ਬੱਚੇ ਹੁੰਦੇ ਨੇ ਉਹਨਾਂ ਨੂੰ ਉਹ ਪਿਕ ਤੇ ਬੜੀ ਜਲਦੀ ਕਰ ਲੈਂਦੇ ਨੇ, ਲੇਕਿਨ ਉਹਨਾਂ ਦੇ ਜਿਹੜੇ ਦੂਸਰੇ ਕਲਾਸ ਫੈਲੋਜ਼ ਹੁੰਦੇ ਨੇ ਨਾ, ਸਮ ਟਾਈਮ ਉਹਨਾਂ ਨੂੰ ਬੁਲਿੰਗ ਕਰਦੇ ਨੇ, ਠੀਕ ਹੈ। ਸਮ ਟਾਈਮ ਉਹਨਾਂ ਨੂੰ ਟੀਜ਼ ਕਰਦੇ ਨੇ, ਸਮ ਟਾਈਮ ਉਹਨਾਂ ਨੂੰ ਡੀਗ੍ਰੇਡ ਵੀ ਕਰ ਰਹੇ ਹੁੰਦੇ ਨੇ। ਇੱਥੋਂ ਤੱਕ ਕਿ ਬਾਜ਼ ਦਫਾ ਉਹ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਲੜਾਈਆਂ ਵੀ ਕਰ ਲੈਂਦੇ ਨੇ। ਬੱਚਿਆਂ ਨੂੰ ਮੈਂ ਜ਼ਰੂਰ ਮੈਂਸ਼ਨ ਕਰਾਂਗਾ ਕਿ ਨਾ ਤੇ ਪੇਰੈਂਟਸ ਘਬਰਾਉਣ ਔਰ ਨਾ ਹੀ ਬੱਚੇ। ਜਦੋਂ ਤੁਸੀਂ ਜਾਂਦੇ ਹੋ ਇੱਕ ਮਾਹੌਲ 'ਚੋਂ ਨਿਕਲ ਕੇ ਦੂਸਰੇ ਮਾਹੌਲ ਦੇ ਵਿੱਚ ਜਾਂਦੇ ਹੋ ਨਾ, ਤੇ ਤੁਹਾਨੂੰ ਬਹੁਤ ਸਾਰੇ ਚੈਲੰਜਸ ਹੁੰਦੇ ਨੇ। ਭਾਵੇਂ ਉਹ ਤੁਸੀਂ ਯੂਰਪ ਦੇ ਵਿੱਚ ਜਾਂਦੇ ਹੋ, ਏਸ਼ੀਆ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੁੰਦਾ, ਲੇਕਿਨ ਯੂਰਪ ਦੇ ਵਿੱਚ ਇਹਨਾਂ ਚੀਜ਼ਾਂ ਦਾ ਤੁਹਾਨੂੰ ਸਟਾਰਟ 'ਚ ਫੇਸ ਕਰਨਾ ਪੈਂਦਾ ਹੈ, ਠੀਕ ਹੈ। ਬੱਚਿਆਂ ਦੇ ਵਾਸਤੇ ਉਹਨਾਂ ਨੂੰ ਮੁਸ਼ਕਿਲ ਜ਼ਰੂਰ ਹੁੰਦੀ ਹੈ, ਖਾਸ ਤੌਰ 'ਤੇ ਸਕੂਲਿੰਗ ਟਾਈਮ ਦੇ ਵਿੱਚ। ਇਸੇ ਤਰ੍ਹਾਂ ਅਗਰ ਕਾਲਜ ਟਾਈਮ ਦੇ ਵਿੱਚ ਜਾਂਦੇ ਨੇ, ਕਾਲਜ 'ਚ ਜਾਂਦੇ ਨੇ, ਤੇ ਕਾਲਜ ਦੇ ਵਿੱਚ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਬੱਚੇ ਜਿਹੜੇ ਹੈਗੇ ਨੇ ਬਿਲਕੁਲ ਇਹਨਾਂ ਚੀਜ਼ਾਂ ਤੋਂ ਡਿਸਅਪੁਆਇੰਟ ਨਾ ਹੋਣ। ਮੈਂ ਇਹ ਮੈਂਸ਼ਨ ਜ਼ਰੂਰ ਕਰ ਰਿਹਾ ਤਾਂ ਕਿ ਉਹਨਾਂ ਦੀ ਅਵੇਅਰਨੈਸ ਵਾਸਤੇ। ਸਿਰਫ ਉਹ ਸਬਜ਼ ਖਾਬ ਜਿਹੜੇ ਨੇ ਨਾ ਉਹ ਹੀ ਨਾ ਵੇਖਣ, ਪ੍ਰੈਕਟੀਕਲ ਲਾਈਫ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਚੈਲੰਜਸ ਕਰਨੇ ਪੈਂਦੇ ਨੇ। ਲੇਕਿਨ ਉਹੀ ਬੱਚੇ ਔਰ ਉਹੀ ਉਹ ਸਾਰੇ ਲੋਕ ਜਿਹੜੇ ਨੇ, ਜਦੋਂ ਉਹ ਸਟੈਂਡ ਕਰਦੇ ਨੇ ਬੱਚੇ ਉਹਨਾਂ ਦੇ ਵਾਸਤੇ, ਉਹਨਾਂ ਦੇ ਸਭ ਤੋਂ ਅੱਛੇ ਬੈਸਟ ਫਰੈਂਡ ਬਣਦੇ ਨੇ। ਅੱਛਾ, ਅਗਰ ਜਿਹੜੇ ਸਾਡੇ ਇੱਥੋਂ ਕੋਈ ਨੌਜਵਾਨ ਜਾਂ ਕੋਈ ਵੀ ਜਿਹੜੇ ਲੋਕ ਬਾਹਰ ਜਾਣ ਦਾ ਸ਼ੌਕ ਰੱਖਦੇ ਨੇ ਜਾਂ ਜ਼ਰੂਰਤ ਹੈ ਉਹਨਾਂ ਨੂੰ, ਤਾਂ ਅਗਰ ਉਹ ਮਾਲਟਾ ਆਉਣਾ ਚਾਹੁੰਦੇ ਹੋਣ ਖਾਸ ਤੌਰ 'ਤੇ, ਜੋ ਕਿਉਂਕਿ ਯੂਰਪ ਦਾ ਇੱਕ ਹਿੱਸਾ ਹੈ, ਤਾਂ ਅਗਰ ਉੱਥੇ ਆਉਣਾ ਚਾਹਣ ਤੇ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਕਰੋਗੇ, ਇੱਥੋਂ ਕੀ ਤਿਆਰੀ ਕਰਕੇ ਜਾਣ ਔਰ ਉੱਥੇ ਕਿਸ ਤਰ੍ਹਾਂ ਰਹਿਣ ਸਹਿਣ ਦਾ ਜਿਹੜਾ ਹੈ ਸਿਲਸਿਲਾ? ਦੇਖੋ, ਸਾਰੇ ਯੂਰਪ ਦੇ ਵਿੱਚ ਏਸ਼ੀਆ 100% ਸਾਰੇ ਦਾ ਸਾਰਾ ਏਸ਼ੀਆ ਕਹਿੰਦਾ ਸੀ ਬਾਹਰ ਨਿਕਲੇ। ਉਹ ਬੁੱਢਾ ਹੈ, ਜਵਾਨ ਹੈ, ਬੱਚਾ ਹੈ, ਔਰਤ ਹੈ, ਮਰਦ ਹੈ, ਹਰ ਇੱਕ ਨੂੰ ਲਗਜ਼ਰੀਜ਼ ਚਾਹੀਦੀਆਂ ਨੇ। ਔਰ ਲਗਜ਼ਰੀਜ਼ ਅਸੀਂ ਕਹਿੰਦੇ ਹਾਂ ਕਿ ਸਿਰਫ ਯੂਰਪ 'ਚ ਮਿਲਦੀਆਂ ਨੇ। ਤਸਵੀਰ ਦਾ ਦੂਸਰਾ ਰੁਖ ਹੁੰਦਾ ਹੈ ਕਿ ਮੁਸ਼ਕਿਲਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ, ਸੈਕਰੀਫਾਈਸਿਸ ਵੀ ਬਹੁਤ ਸਾਰੇ ਹੁੰਦੇ ਨੇ, ਰਿਸਕ ਵੀ ਬਹੁਤ ਸਾਰੇ ਜੁੜੇ ਹੁੰਦੇ ਨੇ। ਸਿਰਫ ਯੂਰਪ ਨੂੰ ਸੋਚਣਾ ਔਰ ਉਹਦੇ ਬਾਅਦ ਕਹਿ ਦੇਣਾ ਕਿ ਅਸੀਂ ਬਸ ਉੱਥੇ ਜਾ ਕੇ ਤੇ ਦਰਖਤਾਂ ਤੋਂ ਡਾਲਰ ਤੋੜ ਲੈਣੇ ਨੇ, ਇਹ ਤੁਹਾਡੇ ਸੋਚਣ ਤੱਕ ਤੇ ਠੀਕ ਹੈ, ਲੇਕਿਨ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਦੇ ਵਿੱਚ ਥੋੜੀ ਰਿਐਲਿਟੀ ਜ਼ਿਆਦਾ ਹੁੰਦੀਆਂ ਨੇ। ਪਹਿਲੇ ਤੇ ਤੁਸੀਂ ਆਪਣੇ ਜ਼ਿਹਨ ਨੂੰ ਇਹ ਪ੍ਰਪੇਅਰ ਕਰੋ ਕਿ ਜਦੋਂ ਤੁਸੀਂ ਯੂਰਪ 'ਚ ਜਾਣਾ ਹੈ ਤੇ ਤੁਸੀਂ ਇੱਕ ਨੰਬਰ ਇਨਸਾਨ ਬਣ ਕੇ ਜਾਣਾ, ਕਿਉਂਕਿ ਤੁਹਾਡੀ ਪਹਿਚਾਣ ਆਪਣੀ ਬਾਤ ਚਾਹਣੀ ਹੈ। ਸਭ ਤੋਂ ਪਹਿਲੇ ਤੁਹਾਡੀ ਪਹਿਚਾਣ ਤੁਹਾਡੇ ਮੁਲਕ ਤੋਂ ਤੁਹਾਨੂੰ ਪਹਿਚਾਨਿਆ ਜਾਂਦਾ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਤੁਸੀਂ ਜਿੱਥੇ ਵੀ ਜਾਣਾ ਹੈ ਉੱਥੋਂ ਦੀ ਪ੍ਰੋਪਰ ਇਨਫੋਰਮੇਸ਼ਨਸ ਲੈ ਕੇ ਜਾਓ। ਉੱਥੇ ਅੱਜ ਕੱਲ੍ਹ ਗੂਗਲ 'ਤੇ ਆਮ ਚੀਜ਼ਾਂ ਨੇ, ਠੀਕ ਹੈ। ਉੱਥੋਂ ਦਾ ਮੌਸਮ ਕੈਸਾ ਹੈ, ਉੱਥੋਂ ਦੇ ਲੋਕ ਕੈਸੇ ਨੇ, ਉਹਨਾਂ ਦਾ ਕਲਚਰ ਕੈਸਾ ਹੈ, ਉਹਨਾਂ ਦਾ ਪਹਿਨਾਵਾ ਕੈਸਾ ਹੈ। ਤੁਸੀਂ ਉੱਥੇ ਜਾ ਕੇ ਤੇ ਨਾ ਤੇ ਤੁਸੀਂ ਉਹਨਾਂ ਨੂੰ ਵਾਜ਼ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਤਕਰੀਰਾਂ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਤੁਸੀਂ ਇਹ ਪਾਇਆ, ਇਹ ਅੱਛਾ ਪਾਇਆ ਜਾਂ ਬੁਰਾ ਪਾਇਆ। ਤੁਹਾਡੇ ਵਾਲ ਕਾਲੇ ਨੇ, ਚਿੱਟੇ ਨੇ, ਰੰਗੋ ਨਸਲ ਦੇ ਉੱਤੇ ਕਿਸੇ ਚੀਜ਼ ਦੇ ਉੱਤੇ ਤੁਸੀਂ ਉਹਨਾਂ ਨੂੰ ਕੋਈ ਵੀ ਰਿਮਾਰਕਸ ਨਹੀਂ ਦੇ ਸਕਦੇ। ਹੋ ਸਕਦਾ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਤੁਸੀਂ ਉਹਨਾਂ ਨੂੰ ਮੁਸਬਤ ਚੀਜ਼ਾਂ ਸੁਜੈਸਟ ਕਰ ਰਹੇ ਹੋਗੇ, ਲੇਕਿਨ ਕਿਉਂਕਿ ਤੁਹਾਨੂੰ ਉਹਨਾਂ ਦੇ ਕਲਚਰ ਦਾ ਨਹੀਂ ਪਤਾ, ਉਹ ਤੁਹਾਡੀ ਗੱਲ ਦਾ ਗੁੱਸਾ ਕਰ ਲੈਣਗੇ। ਔਰ ਤੁਸੀਂ ਅਗਰ ਕਿਸੇ ਕੰਮ ਦੇ ਵਿੱਚ ਤੁਸੀਂ ਚੱਲ ਰਹੇ ਹੋ ਤਾਂ ਉੱਥੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਇਹਨਾਂ ਚੀਜ਼ਾਂ ਨੂੰ ਛੋਟੀਆਂ ਨੇ ਲੇਕਿਨ ਪ੍ਰੋਬਲਮ ਬਣ ਸਕਦੀਆਂ ਨੇ। ਅਤੇ ਇਸ ਲਈ ਕਿਤੇ ਵੀ ਜਾਣ ਤੋਂ ਪਹਿਲੇ ਤੁਸੀਂ ਉੱਥੋਂ ਦਾ ਮਾਹੌਲ ਸਮਝੋ। ਤੁਸੀਂ ਸਮਝਦੇ ਹੋ ਕਿ ਯਾਰ ਇਹ ਤੁਹਾਡੇ ਵਾਸਤੇ ਸੂਟੇਬਲ ਹੈ, ਤੁਸੀਂ ਜਾ ਕੇ ਉੱਥੇ ਐਡਜਸਟ ਕਰ ਸਕਦੇ ਹੋ, ਫਿਰ ਤੁਸੀਂ ਉੱਥੇ ਜਾਓ। ਔਰ ਜਿੱਥੋਂ ਤੱਕ ਤਾਲੁਕ ਹੈ ਉਹਨਾਂ ਨੂੰ ਕੀ ਪ੍ਰੋਸੈਸ ਲੈਣਾ ਚਾਹੀਦਾ ਹੈ। ਪ੍ਰੋਸੈਸ ਵਾਸਤੇ ਜਿਹੜਾ ਹੈਗਾ ਉਹ ਆਪਣੇ ਸਕਿੱਲ ਨੂੰ ਦੇਖਣ। ਤਾਲੀਮ ਉਹਨਾਂ ਦੀ ਸੈਕੰਡਰੀ ਹੈ, ਤਾਲੀਮ ਬਹੁਤ ਜ਼ਰੂਰੀ ਹੈ, ਲੇਕਿਨ ਕਿਉਂਕਿ ਸਾਰੇ ਤਾਂ ਹੁਣ ਪੂਰੇ ਪਾਕਿਸਤਾਨ ਦੇ ਵਿੱਚ ਵੈਲ ਐਜੂਕੇਟਡ ਤੇ ਨਹੀਂ ਨੇ, ਲੇਕਿਨ ਸਕਿਲਫੁਲ ਨੇ, ਹਾਰਡ ਵਰਕਰ ਨੇ, ਬਹੁਤ ਕਾਮਯਾਬ ਲੋਕ ਨੇ,
ਠੀਕ ਹੈ। ਐਜੂਕੇਸ਼ਨ ਸਾਡੇ ਵਸਾਇਲ ਨਹੀਂ ਹੁੰਦੇ, ਅਸੀਂ ਪੂਰੇ ਤਰੀਕੇ ਨਾਲ ਐਜੂਕੇਸ਼ਨ ਨਹੀਂ ਲੈ ਸਕਦੇ ਹੁੰਦੇ। ਤੇ ਇਸ ਲਈ ਤੁਸੀਂ ਕਤਨ ਇਹਨਾਂ ਚੀਜ਼ਾਂ ਨੂੰ, ਮੈਂ ਸਾਰੇ ਦੋਸਤਾਂ ਔਰ ਅਜ਼ੀਜ਼ਾਂ ਨੂੰ ਇਹ ਚੀਜ਼ ਦੱਸਾਂਗਾ ਕਿ ਐਜੂਕੇਸ਼ਨ ਤੁਹਾਡੀ ਸੈਕੰਡਰੀ ਹੈ, ਤੁਹਾਡੀ ਫਸਟ ਜਿਹੜੀ ਹੈਗੀ ਹੈ ਤੁਹਾਡੀ ਸਕਿੱਲਡ ਹੈ। ਤੁਸੀਂ ਡਾਕਟਰ ਹੋ, ਵਕੀਲ ਹੋ, ਜਾਂ ਤੁਸੀਂ ਸ਼ੈਫ ਹੋ, ਵਾਟਐਵਰ ਤੁਸੀਂ, ਈਵਨ ਦੋ ਕਿ ਤੁਸੀਂ ਕੰਸਟਰਕਸ਼ਨ 'ਚ ਕੰਮ ਕਰ ਰਹੇ ਹੋ, ਤੁਹਾਨੂੰ ਉਹ ਵੈਲਕਮ ਕਰਨਗੇ, ਤੁਹਾਨੂੰ ਜੌਬਸ ਓਪਰਚੁਨਿਟੀਜ਼ ਵੀ ਮਿਲਣਗੀਆਂ। ਤੁਸੀਂ ਡਰਾਈਵਰ ਵੀ ਹੋ ਤਦ ਵੀ, ਲੇਕਿਨ ਤੁਸੀਂ ਸਕਿੱਲ ਆਪਣਾ ਜਿਹੜਾ ਹੈਗਾ ਉਹਦੇ ਵਿੱਚ ਮੁਕੰਮਲ ਤੌਰ 'ਤੇ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ। ਤੁਸੀਂ ਪ੍ਰੋਫੈਸ਼ਨਲ, ਤੁਸੀਂ ਟ੍ਰੇਨ ਹੋਣੇ ਚਾਹੀਦੇ ਹੋ। ਈਵਨ ਮਕੈਨਿਕਸ ਜਿਹੜੇ ਨੇ, ਹਰ ਇੱਕ ਦੇ ਵਾਸਤੇ ਉੱਥੇ ਪੋਸੀਬਿਲਿਟੀਜ਼ ਹੈ ਨੇ। ਮੈਂ ਮਾਲਟਾ ਦੇ ਵਿੱਚ, ਕਿਉਂਕਿ ਮੇਰਾ ਤਾਲੁਕ ਹੈ, ਤੇ ਮੈਂ ਮਾਲਟਾ ਦਾ ਹੀ ਤੁਹਾਨੂੰ ਜ਼ਿਕਰ ਕਰਾਂਗਾ। ਵੈਸੇ ਸਾਰੀ ਹੀ ਦੁਨੀਆ ਦੇ ਵਿੱਚ ਸਕਿੱਲ ਵਾਲੇ ਕਿਤੇ ਵੀ ਆਪਣੇ ਆਪ ਨੂੰ ਅਪਲਾਈ ਕਰ ਸਕਦੇ ਨੇ। ਈਵਨ UK, ਜਰਮਨੀ ਔਰ USA ਦੇ ਵਿੱਚ ਵੀ ਕਰ ਸਕਦੇ ਨੇ। ਸਿਵਾਏ ਏਜੰਟਾਂ ਦੇ ਪ੍ਰੋਸੈਸ ਕਿਤੇ ਵੀ ਮੁਸ਼ਕਿਲ ਨਹੀਂ ਹੈ, ਈਵਨ ਦੋ ਕਿ ਜਿਹੜੇ ਘੱਟ ਪੜ੍ਹੇ ਵੀ ਨੇ। ਸਕਿੱਲਡ ਅਗਰ ਉਹ ਹੈ ਨੇ, ਉਹ ਸਕਿੱਲਡ ਨੇ, ਤੇ ਫਿਰ ਉਹਨਾਂ ਦੇ ਵਾਸਤੇ ਕਿਸੇ ਵੀ ਚੀਜ਼ ਦੀ ਮੁਸ਼ਕਿਲ ਨਹੀਂ ਹੈ। ਬਾਕੀ ਉਹ ਜਦੋਂ ਉਸ ਜਗ੍ਹਾ 'ਤੇ ਜਾਂਦੇ ਨੇ ਤੇ ਉੱਥੋਂ ਦੇ ਮਾਹੌਲ ਦੇ ਮੁਤਾਬਕ ਥੋੜ੍ਹੀ ਬਹੁਤ ਜਿਹੜੀ ਹੈਗੀ ਉਹਨਾਂ ਨੂੰ ਗਾਈਡੈਂਸ ਮਿਲ ਜਾਂਦੀ ਹੈ, ਔਰ ਥੋੜ੍ਹਾ ਬਹੁਤ ਅੰਗਰੇਜ਼ੀ 'ਚ ਗੱਲ ਕਰਨਾ ਉਹਨਾਂ ਨੂੰ ਆ ਜਾਂਦਾ ਹੈ, ਤੇ ਉਹ ਸਰਵਾਈਵ ਕਰ ਸਕਦੇ ਨੇ। एजाज भाई, ਤੁਸੀਂ ਬਹੁਤ ਅੱਛੀ ਔਰ ਬੜੀ ਵਾਜ਼ੇ ਔਰ ਬੜੀ ਗਾਈਡੈਂਸ ਵਾਲੀ ਗੁਫ਼ਤਗੂ ਕੀਤੀ ਹੈ, ਲੋਕਾਂ ਨੂੰ ਰਾਹ ਵਿਖਾਇਆ ਹੈ, ਚਾਨਣ ਕੀਤਾ ਹੈ। ਨੈਸ਼ਨਲ ਨਿਊਜ਼ ਦੀ ਸਕਰੀਨ ਤੁਹਾਡੇ ਕੋਲ ਹੈ, ਅਗਰ ਤੁਸੀਂ ਕੋਈ ਪੈਗਾਮ ਜਿਹੜਾ ਹੈ ਉਹ ਸਾਡੇ ਇੱਥੋਂ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਨੌਜਵਾਨਾਂ ਨੂੰ ਅਗਰ ਦੇਣਾ ਚਾਹੁੰਦੇ ਹੋ ਤਾਂ ਪਲੀਜ਼। ਮੇਰਾ ਸਿਰਫ ਇੰਨਾ ਕੁ ਮੈਸੇਜ ਹੈ, ਨਾ ਸਿਰਫ ਸਾਰੇ ਦੋਸਤਾਂ ਵਾਸਤੇ, ਬਲਕਿ ਮੇਰੀ ਅਗਰ ਨੈਸ਼ਨਲ TV ਦੇ ਥਰੂ ਅਗਰ ਗੌਰਮੈਂਟ ਤੱਕ ਵੀ ਇਹ ਚੀਜ਼ ਮੈਸੇਜ ਮੇਰਾ ਡਿਲੀਵਰ ਹੁੰਦਾ ਹੈ, ਤੇ ਮੈਂ ਸਮਝਦਾ ਕਿ ਸਾਨੂੰ ਜ਼ਰੂਰਤ ਹੈ ਦੋ ਚੀਜ਼ਾਂ ਦੇ ਉੱਤੇ। ਸਾਨੂੰ ਜ਼ਰੂਰਤ ਹੈ ਕਿ ਆਪਣਾ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਮਾਲਟਾ ਵਾਸਤੇ, ਯੂਰਪ ਵਾਸਤੇ, ਉਹ ਆਪਣੇ ਆਪ ਨੂੰ ਪ੍ਰਪੇਅਰ ਕਰਦਿਆਂ ਹੋਇਆਂ, ਸਾਰੀਆਂ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਉੱਥੇ ਜਦੋਂ ਅਪਲਾਈ ਕਰਦੇ ਨੇ, ਤੇ ਖਾਲੀ ਏਜੰਟਾਂ ਦੇ ਉੱਤੇ ਨਾ ਰਹਿਣ, ਉੱਥੋਂ ਦੇ ਬਾਰੇ ਮੁਕੰਮਲ ਸਟੱਡੀ ਲੈਣ, ਠੀਕ ਹੈ। ਔਰ ਫਿਰ ਕਿਸੇ ਪ੍ਰੋਪਰ ਬੰਦੇ ਦੇ ਥਰੂ ਜਿਹੜਾ ਹੈਗਾ ਉੱਥੇ ਕੋਸ਼ਿਸ਼ ਕਰਨ। ਅੱਜ ਕੱਲ੍ਹ ਤੇ ਜਿਹੜਾ ਹੈਗਾ ਇੰਟਰਨੈਟ ਦੇ ਉੱਤੇ ਗੌਰਮੈਂਟ ਵੀ ਅਪਲਾਈ ਕਰਦੀ ਹੈ, ਅਨਾਊਂਸ ਕਰਦੇ ਨੇ, ਐਡਵਰਟਾਈਜ਼ ਕਰਦੇ ਨੇ। ਬਹੁਤ ਸਾਰੀਆਂ ਐਡਵਰਟਾਈਜ਼ਿੰਗ ਕੰਪਨੀਆਂ ਨੇ ਜਿਹੜੀਆਂ ਕਿ ਉਹ ਐਡ ਦਿੰਦੀਆਂ ਨੇ ਜੌਬਸ ਵਾਸਤੇ, ਠੀਕ ਹੈ। ਹੁਣ ਇਸ ਵਕਤ ਕਿਉਂਕਿ ਕੋਵਿਡ ਦੇ ਵਜ੍ਹਾ ਤੋਂ ਬਹੁਤ ਸਾਰੇ ਟੂਰਿਸਟ ਔਰ ਬਹੁਤ ਸਾਰੇ ਵਰਕਰ ਜਿਹੜੇ ਉੱਥੇ ਫੋਰਨਰਸ ਹਨ ਉਹ ਚਲੇ ਗਏ। ਹੁਣ ਇਸ ਵਕਤ ਮਾਲਟਾ ਨੂੰ ਬਹੁਤ ਸਾਰੀ ਜ਼ਰੂਰਤ ਹੈ, ਠੀਕ ਹੈ। ਔਰ ਜਿਹੜੇ ਵੀ ਅਪਲਾਈ ਕਰਦੇ ਨੇ ਔਰ ਉਹ ਸਿਲੈਕਟ ਹੋ ਜਾਂਦੇ ਨੇ, ਰਿਕੁਐਸਟ ਕਰਾਂਗਾ ਕਿ ਉਹ ਬੀਇੰਗ ਅ ਪਾਕਿਸਤਾਨੀ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਹੈ ਉਹਨੂੰ ਮੇਨਟੇਨ ਰੱਖਣ, ਆਪਣੇ ਕੰਮ ਦੇ ਨਾਲ ਸਿੰਸੀਅਰ ਹੋਣ, ਤਾਂ ਕਿ ਉਹਨਾਂ ਦੀ ਪਹਿਚਾਣ ਪਾਕਿਸਤਾਨੀ ਹੈ। ਉਹਨਾਂ ਦਾ ਨਾਮ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਜਾਂ ਬੋਲਿਆ ਜਾਂਦਾ ਹੈ, ਉਹਨਾਂ ਨੂੰ ਪਾਕਿਸਤਾਨੀ ਪਹਿਲੇ ਬੋਲਿਆ ਜਾਂਦਾ ਹੈ। ਅਗਰ ਤੁਸੀਂ ਕੋਈ ਮਿਸਟੇਕ ਕਰੋਗੇ ਤੇ ਪੂਰਾ ਪਾਕਿਸਤਾਨੀ ਨਾਂ ਜਿਹੜਾ ਹੈਗਾ ਉਹ ਲਪੇਟ ਜਾਂਦਾ ਹੈ। ਅਗਰ ਤੁਸੀਂ ਅੱਛਾ ਕੰਮ ਕਰਦੇ ਹੋ ਤੇ ਤਦ ਵੀ ਪਾਕਿਸਤਾਨ ਨੂੰ ਉਹ ਕੰਟਰੀਬਿਊਸ਼ਨ ਮਿਲਦੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਗੌਰਮੈਂਟ ਜਿਹੜੀ ਹੈਗੀ ਹੈ ਉਹ ਅੰਬਰੇਲਾ ਬਣੇ। ਮਾਲਟਾ ਦੇ ਵਿੱਚ ਅਸੀਂ ਲੋਕ ਸਰਵਾਈਵ ਕਰ ਰਹੇ ਹਾਂ ਯਤੀਮਾਂ ਹਾਰ। ਸਾਡੇ ਕੋਲ ਸਾਡੀ ਪਾਕਿਸਤਾਨੀ ਗੌਰਮੈਂਟ ਦਾ ਕੋਈ ਸ਼ੈਲਟਰ ਨਹੀਂ ਹੈ, ਕੋਈ ਅੰਬਰੇਲਾ ਨਹੀਂ ਹੈ। ਉੱਥੇ ਬਹੁਤ ਸਾਰੀਆਂ ਸਾਨੂੰ ਪ੍ਰੋਬਲਮਸ ਨੇ ਜਿਹੜੀਆਂ ਕਿ ਅਸੀਂ ਆਪਣੇ ਤਾਂ ਜਿਹੜਾ ਹੈਗਾ ਉਹ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪੂਰਾ ਕਰਨ ਲਈ। ਮਾਲਟੀਜ਼ ਗੌਰਮੈਂਟ ਸਾਨੂੰ ਬਹੁਤ ਸਪੋਰਟ ਕਰਦੇ ਨੇ, ਉੱਥੇ ਕਿਸੇ ਵੀ ਚੀਜ਼ ਦੀ ਸਾਨੂੰ ਹੈਲਪ ਹੁੰਦੀ ਹੈ ਉਹ ਸਾਨੂੰ ਪ੍ਰੋਵਾਈਡ ਕਰਦੇ ਨੇ। ਲੇਕਿਨ ਜਦੋਂ ਆਉਂਦਾ ਸਾਡਾ ਸਫਾਰਤੀ ਸਿਸਟਮ ਔਰ ਬਹੁਤ ਸਾਰੀਆਂ ਐਸੀਆਂ ਜ਼ਰੂਰਤਾਂ ਨੇ, ਕਿਉਂਕਿ ਮੇਰਾ ਤਾਲੁਕ ਇੱਕ ਬਿਜ਼ਨਸ ਸੈਕਟਰ ਦੇ ਨਾਲ ਹੈ, ਤੇ ਸਾਡੇ ਕੋਲ ਸਾਡੀ ਗੌਰਮੈਂਟ ਦਾ ਕੋਈ ਵੀ ਐਸਾ ਸੋਰਸ ਨਹੀਂ ਹੈ। ਸਾਨੂੰ ਲੀਬੀਆ
ਜਾਂ ਤੁਨੀਜ਼ੀਆ ਤੋਂ ਆਪਰੇਟ ਕੀਤਾ ਜਾਂਦਾ ਹੈ, ਹੈਲਪ ਕੀਤੀ ਜਾਂਦੀ। ਕੰਸਲਟ ਸਾਡੀ ਅੰਬੈਸੀ ਜਿਹੜੀਆਂ ਨੇ ਪਾਕਿਸਤਾਨ ਦੀਆਂ ਉਹ ਉੱਥੇ ਨੇ, ਮਾਲਟਾ ਦੇ ਵਿੱਚ ਨਹੀਂ। ਸਾਨੂੰ ਇੱਕ ਤੇ ਦੁਬਈ ਦੇ ਵਿੱਚ ਅਗਰ ਵੀਜ਼ਾ ਲੈਣਾ ਹੈ ਤੇ ਉਹਦੇ ਵਾਸਤੇ ਸਾਨੂੰ ਦੁਬਈ ਜਾਣਾ ਪੈਂਦਾ ਹੈ। ਦੁਬਈ ਦੇ ਆਪਣੇ ਤਾਲੁਕਾਤ ਨੇ ਪਾਕਿਸਤਾਨ ਦੇ ਨਾਲ, ਔਰ ਆਏ ਦਿਨ ਉਹਨਾਂ ਦੇ ਚੇਂਜ ਹੁੰਦੇ ਰਹਿੰਦੇ ਨੇ। ਕੋਈ ਪੋਸੀਬਿਲਿਟੀਜ਼ ਬਣਦੀਆਂ ਨੇ ਤੇ ਪਲੀਜ਼ ਰਿਕੁਐਸਟ ਹੈ ਕਿ ਗਵਰਨਮੈਂਟ ਆਫ ਪਾਕਿਸਤਾਨ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਨੇ, ਬੜੇ ਅੱਛੇ ਉਹਨਾਂ ਦੇ ਵਿਜ਼ਨਸ ਨੇ, ਤੇ ਪਲੀਜ਼ ਉਹ ਮਾਲਟਾ ਨੂੰ ਵੀ ਆਪਣੇ ਨਜ਼ਰ ਦੇ ਵਿੱਚ ਥੋੜ੍ਹਾ ਜਿਹਾ ਰੱਖਣ। ਔਰ ਮਾਲਟਾ ਦੇ ਵਿੱਚ ਜਿਹੜੇ ਲੋਕ ਪਾਕਿਸਤਾਨੀ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝਣ। ਅਗਰ ਅੰਬੈਸੀ ਨਹੀਂ ਉੱਥੇ ਬਣਾ ਸਕਦੇ ਤੇ ਕੋਈ ਸਹੂਲਤਾਂ ਉੱਥੇ ਐਸੀਆਂ ਬਣਾ ਦੇਣ ਕਿ ਜਿਨ੍ਹਾਂ ਦੇ ਨਾਲ ਲੋਕੀ ਜਿਹੜੇ ਇੱਥੋਂ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਉੱਥੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਪ੍ਰੋਬਲਮਸ ਨੇ ਉਹ ਡਾਇਰੈਕਟਲੀ ਹੋ ਸਕਣ। ਇਸ ਵਕਤ ਤੱਕ ਜਿੰਨੇ ਵੀ ਉੱਥੇ ਤੁਨੀਜ਼ੀਆ ਦੇ ਵਿੱਚ ਜਾਂ ਦੂਸਰੇ ਅੰਬੈਸਡਰਸ ਇਸ ਤੋਂ ਪਹਿਲੇ ਨਵਾਜ਼ ਸ਼ਰੀਫ ਸਾਹਿਬ ਦੇ ਹਕੂਮਤ ਦੇ ਵਿੱਚ ਰਹੇ ਨੇ, ਅਸੀਂ ਕੋਈ ਸੈਟਿਸਫਾਈਡ ਨਹੀਂ। ਉੱਥੇ ਕਿਸੇ ਨੇ ਕੋਈ ਐਸਾ ਰੋਲ ਨਹੀਂ ਕੀਤਾ ਜਿਹਦੇ ਨਾਲ ਪਾਕਿਸਤਾਨ ਦੀ ਨੁਮਾਇੰਦਗੀ ਹੋਏ ਔਰ ਉਹ ਇੱਜ਼ਤ ਦੇ ਨਾਲ ਬਣੇ। ਇੰਡੀਆ ਸਾਡੇ ਤੋਂ ਬਹੁਤ ਬਾਅਦ ਚ ਗਿਆ। ਇੰਡੀਅਨਸ ਜਿਹੜੇ ਨੇ ਉਹ ਪਾਕਿਸਤਾਨੀਆਂ ਨੂੰ ਕ੍ਰਾਸ ਕਰਕੇ ਬਹੁਤ ਅੱਗੇ ਗਏ ਨੇ, ਕਿਉਂਕਿ ਉਹਨਾਂ ਦੇ ਪਿੱਛੇ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰ ਰਹੀ ਹੁੰਦੀ ਹੈ। ਪਾਕਿਸਤਾਨੀ ਨਹਾਇਤ ਕਾਬਿਲ ਨੇ, ਬਹੁਤ ਹਾਰਡ ਵਰਕਰ ਨੇ, ਔਰ ਮਾਲਟੀਜ਼ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਔਰ ਐਕਸੈਪਟ ਕਰਦੇ ਨੇ ਕਿ ਬੜੇ ਹਾਰਡ ਵਰਕਰ ਨੇ। ਲੇਕਿਨ ਕਿਉਂਕਿ ਸਾਡੀ ਪੁਸ਼ਤ ਬਣਾਈ ਸਾਡੀ ਗਵਰਨਮੈਂਟ ਦੀ ਵਜ੍ਹਾ ਤੋਂ ਨਹੀਂ ਸਾਡੇ ਨਾਲ ਹੁੰਦੀ, ਇਸ ਲਈ ਸਾਨੂੰ ਸੈਕਿੰਡ ਲਾਈਨ 'ਚ ਇਸ ਵਕਤ ਕਰ ਦਿੱਤਾ ਗਿਆ ਹੈ। ਔਰ ਇੰਡੀਆ ਔਰ ਫਿਲੀਪੀਨ ਔਰ ਬੰਗਲਾਦੇਸ਼ ਔਰ ਨੇਪਾਲ ਇਹ ਅਗਲੀਆਂ ਰੋਡ 'ਚ ਚਲੇ ਗਏ ਨੇ, ਕਿਉਂਕਿ ਉਹਨਾਂ ਦੇ ਸਿਫਾਰਤੀ ਤਾਲੁਕਾਤ ਜਿਹੜੇ ਨੇ ਉਹ ਗਵਰਨਮੈਂਟ ਦੇ ਨਾਲ ਬਹੁਤ ਬਿਹਤਰ ਔਰ ਸਟਰੋਂਗ ਨੇ। ਜਦ ਕਿ ਪਾਕਿਸਤਾਨ ਦਾ ਉੱਥੇ ਇੱਕ ਝੰਡਾ ਵੀ ਨਹੀਂ ਹੈ। ਔਰ ਅਕਸਰ ਇੱਕ ਕੌਂਸਲੇਟ ਉਹਨਾਂ ਨੇ ਬਣਾਈ ਹੈ ਪਾਕਿਸਤਾਨ ਦੀ, ਜਿਹਦੇ ਨਾਲ ਮੈਂ ਕਹਿੰਦੀ ਹਾਰ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਫਖਰ ਨਹੀਂ ਹੈ। ਸਾਰਿਆਂ ਕੁਛ ਜਿਹੜਾ ਹੈਗਾ ਉਹ ਨਾਂ ਦੇ ਨਾਲ ਰੱਖਿਆ ਨੇ, ਅਸਲ ਦੇ ਵਿੱਚ ਕੁਛ ਨਹੀਂ ਹੈ। ਇੰਡੀਆ ਦੇ ਉੱਥੇ ਉਹਨਾਂ ਦੀ ਅੰਬੈਸੀਆਂ ਦੇ ਅੱਗੇ ਝੰਡੇ ਲੱਗੇ ਨੇ, ਦੂਸਰੇ ਮੁਲਕਾਂ ਦੇ ਉੱਥੇ ਝੰਡੇ ਲੱਗੇ ਨੇ। ਪਾਕਿਸਤਾਨ ਦਾ ਉੱਥੇ ਕੋਈ ਐਸਾ ਸੋਰਸ ਹੀ ਨਹੀਂ ਹੈ, ਕੋਈ ਸਾਡਾ ਆਪਣਾ ਫਲੈਗ ਹੀ ਨਹੀਂ ਉੱਥੇ ਹੈਗਾ। ਸਾਡਾ ਕੋਈ ਆਫੀਸ਼ੀਅਲ ਜਿਹੜਾ ਹੈਗਾ ਉੱਥੇ ਨਾ ਤੇ ਕੋਈ ਬਿਲਡਿੰਗ ਹੈ, ਨਾ ਹੀ ਕੋਈ ਉੱਥੇ ਪਰਸਨ ਹੈ, ਨਾ ਹੀ ਆਫਿਸ ਹੈ। ਸਾਰੀਆਂ ਜਗ੍ਹਾ ਤੇ ਜਦੋਂ ਦੇਖਦੇ ਹਾਂ ਸਾਰਿਆਂ ਦੇ ਫਲੈਗ ਲੱਗੇ ਹੁੰਦੇ ਨੇ, ਸਾਡੇ ਉਹਦੇ ਵਿੱਚ ਉੱਥੇ ਮਿਸ ਹੋਏ ਹੁੰਦੇ ਨੇ। ਅਸੀਂ ਆਪਣੇ ਆਪ ਨੂੰ ਅੰਬੈਸਡਰ ਸਮਝਦੇ ਹਾਂ। ਖੁਦ ਹਰ ਪਾਕਿਸਤਾਨੀ ਜਿਹੜਾ ਉੱਥੇ ਕੰਮ ਕਰ ਰਿਹਾ ਉੱਥੇ ਉਹ ਅੰਬੈਸਡਰ ਹੈ, ਕਿਉਂਕਿ ਸਾਡੀ ਅਗਰ ਅੰਬੈਸੀ ਉੱਥੇ ਨਹੀਂ ਹੈ ਤੇ ਅਸੀਂ ਹੀ ਅੰਬੈਸਡਰ ਹੈਗੇ ਹਾਂ। ਅਸੀਂ ਅੱਛਾ ਕੰਮ ਕਰਨੇ ਹਾਂ, ਉਹਦਾ ਇੰਨਾ ਉਹ ਕ੍ਰੈਡਿਟ ਤੇ ਨਹੀਂ ਜਾ ਰਿਹਾ ਹੁੰਦਾ, ਸਿਰਫ ਸਾਡੀ ਸਫਾਰਤੀ ਤਾਲੁਕਾਤ ਦੀ ਵਜ੍ਹਾ ਤੋਂ। ਸਾਡੇ ਮੁਲਕੀ ਤਾਲੁਕਾਤ ਜਿਹੜੇ ਨੇ ਉਹ ਮਾਲਟਾ ਦੇ ਨਾਲ ਪਾਕਿਸਤਾਨੀ ਗਵਰਨਮੈਂਟ ਦੇ ਉਹ ਕਿਸ ਸਾਈਡ ਤੇ ਨੇ ਕਿਸ ਸਾਈਡ ਤੇ ਨਹੀਂ ਨੇ ਉਹ ਗਵਰਨਮੈਂਟ ਬੜੇ ਅੱਛੇ ਤਰੀਕੇ ਨਾਲ ਜਾਣਦੀ ਹੈ। ਲੇਕਿਨ ਚੂੰਕਿ ਜਿਹੜੇ ਆਮ ਉੱਥੇ ਪਾਕਿਸਤਾਨੀ ਸਫਰ ਕਰ ਰਹੇ ਨੇ ਜਾਂ ਉੱਥੇ ਸਰਵਾਈਵ ਕਰ ਰਹੇ ਨੇ ਉਹ ਯਤੀਮ ਨੇ। ਬਰਾਏ ਕਰਮ ਆਪਣੀਆਂ ਸਾਰੀਆਂ ਮਸਰੂਫੀਅਤਾਂ ਦੇ ਨਾਲ ਥੋੜ੍ਹਾ ਮਾਲਟਾ ਨੂੰ ਵੀ ਜਿਹੜਾ ਹੈਗਾ ਆਪਣੀ ਨਜ਼ਰ 'ਚ ਰੱਖੋ। ਔਰ ਉੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਪਾਕਿਸਤਾਨੀ ਉੱਥੇ ਰਹਿ ਰਹੇ ਨੇ ਉਹ ਪਾਕਿਸਤਾਨੀ ਨੇ, ਉਹ ਨੁਮਾਇੰਦਗੀ ਕਰ ਰਹੇ ਨੇ ਔਰ ਆਪਣਾ ਰੈਵਨਿਊ ਰੈਗੂਲਰਲੀ ਪਾਕਿਸਤਾਨ ਭੇਜ ਰਹੇ ਨੇ, ਤੇ ਤੁਸੀਂ ਉਹਨਾਂ ਦਾ ਸ਼ੈਲਟਰ ਬਣਾਓ। ਬਹੁਤ ਸ਼ੁਕਰੀਆ। ਨਾਜ਼ਰੀਨ, ਇਜਾਜ਼ ਸਾਹਿਬ ਦੀ ਗੱਲਬਾਤ ਸੁਣੀ ਹੈ। ਇਜਾਜ਼ ਸਾਹਿਬ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਨੂੰ ਉੱਥੋਂ ਦੀ ਅਸਲੀ ਜਿਹੜੀ ਸੂਰਤ ਹਾਲ ਹੈ ਉਹਦੇ ਨਾਲ ਆਗਾਹ ਵੀ ਕੀਤਾ, ਤੁਸੀਂ ਲੋਕਾਂ ਨੂੰ ਦੱਸਿਆ ਵੀ ਹੈ, ਗਾਈਡ ਵੀ ਕੀਤਾ। ਖੁਦਾਵੰਦ ਤੁਹਾਨੂੰ ਔਰ ਤੁਹਾਡੇ ਖਾਨਦਾਨ ਨੂੰ ਉੱਥੇ ਸਲਾਮਤ ਰੱਖੇ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਉੱਥੇ ਪਾਕਿਸਤਾਨ ਦੇ ਸਫੀਰ ਹੋ, ਤੇ ਅਸੀਂ ਤੁਹਾਨੂੰ ਪਾਕਿਸਤਾਨ ਦਾ ਸਫੀਰ ਹੀ ਬਣਾ ਕੇ ਦੁਬਾਰਾ ਭੇਜ ਰਹੇ ਹਾਂ। ਲੇਕਿਨ ਤੁਹਾਡੀ ਗੱਲ ਜਿਹੜੀ ਹੈ ਨੈਸ਼ਨਲ ਨਿਊਜ਼ ਦੇ ਥਰੂ ਜਿਹੜੀ ਹੈ ਉਹ ਲਾਜ਼ਮੀ ਹੁਕੂਮਤ ਤੱਕ ਵੀ ਪਹੁੰਚ ਗਈ ਹੋਏਗੀ। ਔਰ ਮੇਰੀ ਵੀ ਇਹ ਗੁਜ਼ਾਰਿਸ਼ ਹੈ ਹੁਕੂਮਤ ਅੱਗੇ, ਬਈ ਮਤਲਬ ਲੋਕਾਂ ਦੇ ਮਰਨ ਦਾ ਇੰਤਜ਼ਾਰ ਨਾ ਕਰਿਆ ਜੇ, ਜਦੋਂ ਹਾਲੇ ਜਿਉਂਦੇ ਹੁੰਦੇ ਨੇ ਉਹਨਾਂ ਨੂੰ ਸਹੂਲਤਾਂ ਪਹੁੰਚਾਇਆ ਕਰੋ। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਜਾਣਿਆ, ਵੇਖਿਆ, ਬੁੱਝਿਆ, ਸੁਣਿਆ ਕਿ ਇਜਾਜ਼ ਮੱਟੂ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉਹ ਤਜਰਬੇ ਵੀ ਸਾਨੂੰ ਦੱਸੇ ਨੇ ਜਿਹੜੇ ਤਲਖ ਸਨ, ਤੇ ਉਹ ਜਿਹੜੇ ਸੌਖੇ ਪਲ ਉਹਨਾਂ ਨੇ ਆਪਣੇ ਖਾਨਦਾਨ ਨਾਲ ਉੱਥੇ ਗੁਜ਼ਾਰੇ ਨੇ ਉਹ ਵੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ। ਉਹਨਾਂ ਨੇ ਆਪਣੇ ਕਾਰੋਬਾਰ ਦੀਆਂ ਜਿਹੜੀਆਂ ਵਿਚਲੀਆਂ ਗੱਲਾਂ ਨੇ, ਜਿਹੜੀਆਂ ਰਾਜ਼ ਦੀਆਂ ਗੱਲਾਂ ਨੇ, ਉਹ ਵੀ ਸਾਡੇ ਨਾਲ ਭੇਤ ਦੀਆਂ ਗੱਲਾਂ ਵੀ ਕੀਤੀਆਂ ਨੇ। ਅੱਜ ਇਜਾਜ਼ ਮੱਟੂ ਜਾਂ ਇਸ ਤਰ੍ਹਾਂ ਦੇ ਜਿਹੜੇ ਬਾਕੀ ਲੋਕ ਜਿੱਥੇ ਜਿੱਥੇ ਵੀ ਮੌਜੂਦ ਨੇ ਉਹਨਾਂ ਦੀ ਮਿਹਨਤ ਨੂੰ ਔਰ ਉਹਨਾਂ ਦੀ ਉਸ ਕਾਮਯਾਬੀ ਨੂੰ
ਨੈਸ਼ਨਲ ਨਿਊਜ਼ ਔਰ ਅੱਜ ਦੀ ਗੱਲ ਵੱਲੋਂ ਨਾਸਰ ਜਮੀਲ ਜਿਹੜਾ ਹੈ ਸਲੂਟ ਕਰਦਾ ਹੈ ਔਰ ਚਾਹੁੰਦਾ ਹੈ ਕਿ ਹਰ ਪਾਕਿਸਤਾਨੀ ਨੌਜਵਾਨ ਜਿਹੜਾ ਹੈ ਉਹ ਇਜਾਜ਼ ਮੱਟੂ ਬਲਕਿ ਇਹਦੇ ਨਾਲੋਂ ਵੀ ਜ਼ਿਆਦਾ ਕਾਮਯਾਬ ਹੋਵੇ, ਤਾਂ ਜੋ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਔਰ ਪਾਕਿਸਤਾਨੀ ਮਸੀਹੀਆਂ ਦਾ ਨਾਂ ਜਿਹੜਾ ਹੈ ਉਹ ਉੱਚਾ ਹੋਵੇ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰੱਖਾ।